ਤੁਹਾਡੇ ਦਿਲ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਤੁਹਾਡੇ ਲਈ ਤੁਹਾਡਾ ਆਪਣਾ ਕਲੇਰ ਅੰਮ੍ਰਿਤ ਚੈਨਲ। ਦੱਬੇ ਕੁਚਲੇ ਲੋਕਾਂ ਦੀ ਕਹਾਣੀ ਕਹਿਣ ਵਾਲੇ ਸ਼੍ਰੀ ਪ੍ਰੇਮ ਗੋਰਖੀ ਜੀ ਪਿਛਲੇ ਦਿਨੀ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ। ਕਲੇਰ ਅੰਮ੍ਰਿਤ ਚੈਨਲ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ 'ਤੇ ਉਹਨਾਂ ਦੀ ਸਵੈ ਜੀਵਨੀ ਇੱਕ ਗੈਰ ਹਾਜ਼ਰ ਆਦਮੀ ਦੇ ਵਿੱਚੋਂ ਇੱਕ ਅੰਸ਼ ਪੇਸ਼ ਕਰ ਰਿਹਾ ਹੈ। ਚੰਦ ਦੀ ਜੂਨ ਪ੍ਰੇਮਦਾਸ ਤੋਂ ਪ੍ਰੇਮ ਗੋਰਖੀ। ਉਸ ਕੁੜੀ ਦੀ ਲਾਸ਼ ਮੇਰੇ ਸਾਹਮਣੇ ਸੜਕ ਕੰਢੇ ਲਹੂ ਵਿੱਚ ਲੱਥ-ਪੱਥ ਹੋਈ ਪਈ ਸੀ, ਜਿਹਦੇ ਅੱਧੇ ਨਾਂ ਨੂੰ ਮੈਂ ਉਹਦੇ ਵਿਜੋਗ ਵਿੱਚ ਤੇ ਉਹਦੇ ਪ੍ਰਤੀ ਆਪਣੇ ਮੋਹ ਨੂੰ ਹਮੇਸ਼ਾ ਯਾਦ ਰੱਖਣ ਲਈ ਆਪਣੇ ਨਾਂ ਨਾਲ ਜੋੜ ਲਿਆ ਸੀ। ਉਹ ਸਦਰ ਥਾਣੇ ਦੇ ਬਿਲਕੁਲ ਸਾਹਮਣੇ GT ਰੋਡ 'ਤੇ ਫਾਟਕ ਦੇ ਕੋਲ ਬੱਸ ਹੇਠਾਂ ਆ ਗਈ ਸੀ। ਬਾਕੀ ਜੁੜੀ ਭੀੜ ਵਿੱਚ ਮੈਂ ਵੀ ਖੜਾ ਦੇਖ ਰਿਹਾ ਸੀ। ਉਹ ਲੱਕ ਤੱਕ ਬਸਲੇ ਪਿਛਲੇ ਹਿੱਸੇ ਹੇਠ ਆ ਕੇ ਬੁਰੀ ਤਰ੍ਹਾਂ ਫਿਸ ਗਈ ਸੀ। ਮੂੰਹ ਨੂੰ ਦੇਖਿਆ ਇਉਂ ਲੱਗ ਰਿਹਾ ਸੀ ਜਿਵੇਂ ਉਹ ਖਿਜੀ ਹੋਈ ਆਪਣੀ ਵੱਡੀ ਭੈਣ ਨਾਲ ਲੜ ਕੇ ਸੌਂ ਗਈ ਹੋਵੇ। ਵੱਡੀ ਭੈਣ ਹਮੇਸ਼ਾ ਉਹਨੂੰ ਝਿੜਕਦੀ ਰਹਿੰਦੀ ਸੀ ਤੇ ਉਹਨਾਂ ਦੋਹਾਂ ਦੀ ਆਪਸ ਵਿੱਚ ਬੜੀ ਲੜਾਈ ਹੋਇਆ ਕਰਦੀ ਸੀ। ਇਹ ਤਾਂ ਕਈ ਵਰ੍ਹੇ ਪਹਿਲਾਂ ਦੀ ਗੱਲ ਸੀ, ਜਦੋਂ ਉਹ ਮਸਾਂ 14 ਕੁ ਵਰ੍ਹਿਆਂ ਦੀ ਸੀ। ਡਰਾਇੰਗ ਵਿੱਚ ਸ਼ੁਰੂ ਤੋਂ ਹੀ ਮੇਰਾ ਹੱਥ ਸਾਫ਼ ਰਿਹਾ ਹੈ। ਮੈਂ ਘਰ ਵਿੱਚ ਪੈਨਸਲ ਸਕੈਚ ਆਮ ਬਣਾਉਂਦਾ ਰਹਿੰਦਾ ਸੀ। ਜਦੋਂ ਵੀ ਮੈਂ ਸ਼ਹਿਰ ਨੂੰ ਡੂਨੇ ਵੇਚਣ ਜਾਂਦਾ ਤਾਂ ਮੁੜਦਿਆਂ ਹੋਇਆ ਹਰੀ ਪੈਲਸ ਸਿਨੇਮੇ ਦੇ ਕੋਲ ਅਸ਼ੋਕਾ ਆਰਟ ਵਾਲਿਆਂ ਦੇ ਖੜਾ ਸਿਨੇਮਾ ਬੋਰਡ ਬਣਦੇ ਦੇਖਦਾ ਰਹਿੰਦਾ। ਅਖੀਰ ਮੈਂ ਅਸ਼ੋਕਾ ਵਾਲਿਆਂ ਦੇ ਮਾਲਕ ਪਿਆਰੇ ਲਾਲ ਕੋਲ ਕੰਮ ਸਿੱਖਣ ਦੀ ਇੱਛਾ ਜ਼ਾਹਿਰ ਕੀਤੀ ਤੇ ਉਹਨੇ ਮੈਨੂੰ ਰੱਖ ਲਿਆ। ਇੱਥੇ ਕੰਮ ਕਰਦਿਆਂ ਹੀ ਅਸ਼ੋਕਾ ਵਾਲਿਆਂ ਨੇ ਮੈਨੂੰ ਇੱਕ ਮਿਲਟਰੀ ਅਫਸਰ ਦੇ ਘਰ ਇੱਕ ਹੋਰ ਮੁੰਡੇ ਦੇ ਨਾਲ ਕੰਮ ਕਰਨ ਲਈ ਭੇਜਿਆ। ਮਿਲਟਰੀ ਅਫਸਰ ਅਜੀਬ ਤਰ੍ਹਾਂ ਦਾ ਆਦਮੀ ਸੀ, ਬੜਾ ਉੱਚਾ ਲੰਮਾ ਤੇ ਰੋਬ ਦਾਬ ਵਾਲਾ, ਜਿਹਦੀ ਕੋਠੀ ਦੇ ਅੰਦਰ ਸ਼ੇਰਾਂ ਦੀਆਂ ਖੱਲਾਂ ਹਿਰਨਾਂ ਦੇ ਮੂੰਹ ਕੰਧਾਂ ਉੱਪਰ ਟੰਗੇ ਹੋਏ ਸਨ। ਵੱਡੀਆਂ ਸਰਦਾਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ। ਨੇਪਾਲੀ ਨੌਕਰ ਨੇ ਸਾਨੂੰ ਦੱਸਿਆ ਸੀ ਕਿ ਸਾਹਿਬ ਮਹਾਰਾਜਾ ਦੇ ਪੁੱਤਰ ਹਨ। ਬੰਬਈ ਤੋਂ ਆਇਆ ਮੁੰਡਾ ਇਹੋ ਜਿਹੀਆਂ ਤਸਵੀਰਾਂ ਬਣਾਉਂਦਾ ਸੀ ਕਿ ਬਸ ਜਾਨ ਪਾਉਣੋਂ ਕਸਰ ਰਹਿ ਜਾਂਦੀ ਸੀ। ਮੈਂ ਤਾਂ ਰੰਗ ਬਣਾਉਣੇ ਸਨ ਜਾਂ ਹੋਰ ਮਾੜਾ ਮੋਟਾ ਕੰਮ। ਫੌਜੀ ਅਫਸਰ ਸਾਨੂੰ ਕਾਰ ਵਿੱਚ ਲੈ ਕੇ ਗਿਆ ਤੇ ਕੋਠੀ ਦੇ ਇੱਕ ਕਮਰੇ ਵਿੱਚ ਲੈ ਜਾ ਕੇ ਮੇਰੇ ਨਾਲ ਦੋ ਮੁੰਡੇ ਨੂੰ ਕੁਝ ਫੋਟੋਆਂ ਦਿਖਾਈਆਂ। ਇਹ ਫੋਟੋ ਕੰਧਾਂ ਉੱਪਰ ਬਣਾਉਣੀਆਂ ਸਨ। ਅਸੀਂ ਕੰਮ ਸ਼ੁਰੂ ਕਰ ਦਿੱਤਾ। ਸਾਨੂੰ ਪਾਣੀ ਚਾਹ ਲਈ ਘੰਟੇ ਕੁ ਬਾਅਦ ਇੱਕ ਨੇਪਾਲਣ ਕੁੜੀ ਪੁੱਛਣ ਆਉਂਦੀ। ਜਦੋਂ ਉਹ ਆਉਂਦੀ ਤਾਂ ਖੜੀ ਹੋ ਕੇ ਸਾਨੂੰ ਕੰਮ ਕਰਦਿਆਂ ਦੇਖਣ ਲੱਗਦੀ। ਕਈ ਵਾਰੀ ਉਹ ਕਿੰਨਾ ਚਿਰ ਖੜੀ ਰਹਿੰਦੀ। ਮਹੀਨਾ ਭਰ ਅਸੀਂ ਉਸ ਕੋਠੀ ਵਿੱਚ ਕੰਮ ਕੀਤਾ। ਉਹ ਨੇਪਾਲਣ ਕੁੜੀ ਸਾਡੇ ਵਿੱਚ ਬਹੁਤ ਰਚ ਮਿਚ ਗਈ। ਉਹ ਫੌਜੀ ਅਫਸਰ ਦੇ ਲਾਂਗਰੀ ਦੀ ਕੁੜੀ ਗੌਤਮ ਗੋਰਖਾ ਸੀ। ਅਫਸਰ ਦੀ ਘਰਵਾਲੀ ਉਹਨੂੰ ਹਮੇਸ਼ਾ ਗੋਰਖੀ ਕਹਿ ਕੇ ਬੁਲਾਉਂਦੀ। ਉਹ ਗੌਤਮ ਦੇ ਛੋਟੇ ਭਰਾ ਨੂੰ ਗੋਰਖੇ ਕਹਿ ਕੇ ਆਵਾਜ਼ ਮਾਰਦੀ ਸੀ। ਮੈਨੂੰ ਨਹੀਂ ਪਤਾ ਕਦੋਂ ਅਸੀਂ ਇੱਕ ਦੂਜੇ ਵੱਲ ਖਿੱਚੇ ਗਏ। ਉਹ ਬੜੀ ਸਲੋਨੀ ਤੇ ਸੁਨੱਖੀ ਕੁੜੀ ਸੀ, ਬੜੀ ਚੰਚਲ ਤੇ ਹਸਮੁਖ। ਉਹਨਾਂ ਦਾ ਘਰ ਜਲੰਧਰ ਛਾਉਣੀ ਦੀ ਸਬਜ਼ੀ ਮੰਡੀ ਕੋਲ ਦੀ ਗਰਾਊਂਡ, ਜਿੱਥੇ ਹਰ ਸਾਲ ਗੱਡੀਆਂ ਦਾ ਮੇਲਾ ਲੱਗਦਾ ਹੈ,
ਨੇੜੇ ਮਸੀਤ ਵਾਲੀ ਗਲੀ ਵਿੱਚ ਸੀ। ਫੌਜੀ ਅਫਸਰ ਦਾ ਕੰਮ ਮੁਕਾਉਣ ਤੋਂ ਬਾਅਦ ਵੀ ਮੈਂ ਗੌਤਮ ਨੂੰ ਮਿਲਣ ਲਈ ਛਾਉਣੀ ਜਾਂਦਾ। ਕਈ ਵਾਰੀ ਮੇਰੇ ਨਾਲ ਮੇਰਾ ਲੰਗੋਟੀਆ ਯਾਰ ਬਲਦੇਵ ਤੇ ਓਮੀ ਵੀ ਹੁੰਦੇ। ਅਸੀਂ ਇੱਕ ਦੁਕਾਨ 'ਤੇ ਬਹਿ ਕੇ ਚਾਹ ਪੀਂਦੇ, ਜਿਹਦੇ ਸਾਹਮਣੇ ਸਰਕਾਰੀ ਟੂਟੀ ਤੋਂ ਗੌਤਮ ਪਾਣੀ ਲੈਣ ਆਉਂਦੀ ਸੀ। ਉਹ ਮੈਨੂੰ ਦੇਖ ਕੇ ਦੂਰੋਂ ਹੀ ਹੱਸ ਪੈਂਦੀ ਤੇ ਪਾਣੀ ਦੀ ਬਾਲਟੀ ਭਰਦੀ ਤੇ ਡੋਲ ਦਿੰਦੀ। ਜਿੰਨਾ ਚਿਰ ਅਸੀਂ ਬੈਠੇ ਰਹਿੰਦੇ ਉਹ ਪਾਣੀ ਢੋਂਦੀ ਰਹਿੰਦੀ। 2 ਸਾਲ ਅਸੀਂ ਇਸ ਤਰ੍ਹਾਂ ਦੀ ਸਾਂਝ ਵਿੱਚ ਤੁਰਦੇ ਰਹੇ। ਇਹਨਾਂ 2 ਸਾਲਾਂ ਵਿੱਚ ਮੈਂ ਉਸ ਨੂੰ ਸਿਰਫ 2 ਵਾਰੀ ਛੂਹਿਆ ਸੀ। ਇੱਕ ਵਾਰੀ ਲੋਕਲ ਬੱਸ ਵਿੱਚ ਬੈਠਿਆਂ ਤੇ ਇੱਕ ਵਾਰੀ ਗੱਡੀਆਂ ਦੇ ਮੇਲੇ ਵਿੱਚ। ਫਿਰ ਮੈਂ ਬਿਜਲੀ ਮਹਿਕਮੇ ਵੱਲ ਚਲਿਆ ਗਿਆ। ਮਿੰਦੋ ਦੀ ਨੇੜਤਾ ਦੇ ਕਾਰਨ, ਘਰੋਂ ਬਾਹਰ ਹੋਣ ਕਾਰਨ ਮੈਂ ਗੌਤਮ ਵੱਲ ਬਹੁਤੀ ਤਵੱਜੋ ਨਾ ਦੇ ਸਕਿਆ। 2 ਸਾਲ ਬਾਅਦ ਮੈਂ ਉਹਨੂੰ ਦੇਖਣ ਲਈ ਜਲੰਧਰ ਛਾਉਣੀ ਗਿਆ ਤਾਂ ਇੰਨੀ ਦੇਰ ਤੋਂ ਉਹਦੀ ਖਬਰ ਹੀ ਨਹੀਂ ਸੀ ਲਈ। ਫਿਰ ਕਈ ਮਹੀਨੇ ਬਾਅਦ ਸ਼ਹਿਰ ਕਚਹਿਰੀਆਂ ਕੋਲ ਮਾਡਲ ਟਾਊਨ ਨੂੰ ਜਾਣ ਵਾਲੀ ਬੱਸ ਵਿੱਚੋਂ ਮੈਂ ਉਤਰਿਆ ਤਾਂ ਅਚਾਨਕ ਕਿਸੇ ਨੇ ਮੇਰੀ ਬਾਂਹ ਆ ਫੜੀ। ਮੈਂ ਤਰਵਕ ਕੇ ਦੇਖਿਆ ਤਾਂ ਉਹ ਗੌਤਮ ਸੀ। ਉਹਦੇ ਲਾਲ ਸੁਰਖ ਮੂੰਹ ਤੇ ਦਗ-ਦਗ ਕਰਦੀਆਂ ਅੱਖਾਂ ਵੱਲ ਦੇਖ ਕਿ ਮੇਰਾ ਮੂੰਹ ਸੀਤਾ ਗਿਆ। हम मॉडल टाउन में रहते हैं, मंदिर के पास। पिताजी का स्वर्गवास हो गया था। अब बड़ी बहन पैसा कमाती है, उधर आना। ਉਹ ਬਹੁਤ ਕਾਹਲੀ ਕਾਹਲੀ ਬੋਲੀ ਤੇ ਚਲਦੀ ਬੱਸ ਵਿੱਚ ਜਾ ਚੜੀ। ਮੈਂ ਮੂੰਹ ਅੱਡੀ ਖੜਾ ਜਾਂਦੀ ਬੱਸ ਨੂੰ ਦੇਖਦਾ ਰਹਿ ਗਿਆ। ਉਹ ਪਲ ਮੈਂ ਫੜ ਨਹੀਂ ਸਕਿਆ, ਸਿਰਫ 4 ਛਣ। ਉਸ ਤੋਂ ਬਾਅਦ ਮੈਂ ਹਮੇਸ਼ਾ ਪਛਤਾਵੇ ਵਿੱਚ ਅੱਥਰੂ ਕੇਰਦਾ ਰਿਹਾ। ਮੈਂ ਕਿਉਂ ਨਾ ਉਹਦੇ ਨਾਲ ਬੱਸ ਵਿੱਚ ਹੀ ਚੜ੍ਹ ਗਿਆ, ਜਾਂ ਕਿਉਂ ਨਾ ਉਹਨੂੰ ਰੋਕ ਲਿਆ। ਇੱਕ ਯੁੱਗ ਤੱਕ ਇਹ ਪਛਤਾਵੇ ਦਾ ਰੁੱਖ ਮੇਰੀ ਪਿੱਠ 'ਤੇ ਡਿੱਗਿਆ ਪਿਆ ਰਹੇਗਾ ਤੇ ਮੈਂ ਅੰਦਰੋਂ ਉੱਠਦੀ ਚੀਖ ਨੂੰ ਦੱਬੀ ਪਿਆ ਰਹਾਂਗਾ। ਦੂਸਰੇ ਦਿਨ ਹੀ ਮੈਂ ਮੰਦਰ ਦੇ ਕੋਲ ਚਲਿਆ ਗਿਆ। ਚਾਰੇ ਪਾਸੇ ਘੁੰਮਦਾ ਰਿਹਾ। ਕਿਸੇ ਕੰਨੀਓਂ ਵੀ ਗੌਤਮ ਦੀ ਮਹਿਕ ਨਹੀਂ ਆਈ। ਲਗਾਤਾਰ ਮੈਂ ਕਈ ਦਿਨ ਜਾਂਦਾ ਰਿਹਾ, ਪਰ ਕਿਤੇ ਵੀ ਗੌਤਮ ਦਾ ਪਰਛਾਵਾਂ ਨਹੀਂ ਦਿਸਿਆ। ਫਿਰ ਚੁੱਪ-ਚਾਂ ਉੱਪਰੋਂ ਸ਼ਾਂਤ ਨਜ਼ਰ ਆਉਂਦਾ ਸਮੁੰਦਰ। ਹੈਂ, ਇਹ ਕੀ? ਗੌਤਮ, ਗੌਤਮ! ਮੈਂ ਸਾਈਕਲ ਰੋਕ ਕੇ ਆਵਾਜ਼ ਮਾਰੀ। ਰਿਕਸ਼ੇ ਦਾ ਪਰਦਾ ਉੱਠਿਆ ਤੇ ਗੌਤਮ ਨੇ ਪਰਤ ਕੇ ਦੇਖਿਆ। ਮੈਂ ਸਾਈਕਲ ਤੇਜ਼ ਕੀਤਾ ਤੇ ਰਿਕਸ਼ੇ ਦੇ ਮਗਰ ਜਾ ਕੇ ਗੌਤਮ ਨੂੰ ਫਿਰ ਆਵਾਜ਼ ਦਿੱਤੀ। ਇਸ ਵਾਰ ਗੌਤਮ ਨੇ ਨਹੀਂ, ਉਹਦੀ ਭੈਣ ਨੇ ਪਿਛਾਂਹ ਦੇਖਿਆ। ਗੁੱਸੇ ਨਾਲ ਮੈਂ ਰਿਕਸ਼ੇ ਦੇ ਪਿੱਛੇ ਚਲੀ ਗਿਆ। ਰਿਕਸ਼ਾ ਰੇਡੀਓ ਸਟੇਸ਼ਨ ਤੋਂ ਅੱਗੇ ਜਾ ਕੇ ਇੱਕ ਕੋਠੀ ਅੱਗੇ ਜਾ ਰੁਕਿਆ। ਗੌਤਮ ਹੇਠਾਂ ਉਤਰੀ ਤੇ ਮੇਰੇ ਵੱਲ ਆਈ। ਉਹਦੀ ਭੈਣ ਨੇ ਉਹਨੂੰ ਰੋਕ ਦਿੱਤਾ। क्या बात है? चल खिसक जहाँ से, वो नहीं मिल सकती, मिलने की कोशिश भी मत करना। ਗੌਤਮ ਦੀ ਭੈਣ ਨੇ ਮੈਨੂੰ ਬੁਰੀ ਤਰ੍ਹਾਂ ਝਿੜਕਿਆ, ਪਰ ਇਸੇ ਪਲ ਗੌਤਮ ਮੇਰੇ ਕੋਲ ਆ ਖਲੋਤੀ। ਵੱਡੀ ਭੈਣ ਮੇਰੇ ਵੱਲ ਘੂਰ-ਘੂਰ ਦੇਖਦੀ ਕੋਠੀ ਦਾ ਗੇਟ ਖੋਲ੍ਹ ਕੇ ਅੰਦਰ ਲੰਘ ਗਈ। देख, मेरे पीछे मत आओ, अब मेरा रास्ता इसने बदल दिया है। यह मेरे से ज़बरदस्ती पेशा करवाती है। अब इस कोठी में भी
ਇਸ ਤੋਂ ਅੱਗੇ ਉਹ ਬੋਲ ਨਹੀਂ ਸਕੀ। ਕਜ਼ਲੇ ਨਾਲ ਭਰੀਆਂ ਅੱਖਾਂ ਵਿੱਚ ਪਾਣੀ ਤੈਰ ਆਇਆ। ਮੈਂ ਥਾਂ ਦੀ ਥਾਂ ਸੁੰਨ ਹੋ ਗਿਆ। ਮੈਂ ਅੱਜ ਤੱਕ ਉਸ ਕੋਠੀ ਦੇ ਗੇਟ ਮੂਹਰੇ ਸੁੰਨ ਖੜਾ ਗੌਤਮ ਦੇ ਵੇਚੇ ਜਾ ਰਹੇ ਬਦਨ ਨੂੰ ਦੇਖ ਰਿਹਾ ਹਾਂ। ਅੱਜ ਵੀ ਉਸ ਦੀਆਂ ਗੁਜ਼ਰਾਈਆਂ ਅੱਖਾਂ ਵਿੱਚ ਤੈਰਦਾ ਪਾਣੀ ਮੇਰੇ ਦੁਆਲੇ ਸਮੁੰਦਰ ਵਾਂਗ ਪਸਰਿਆ ਹੋਇਆ ਹੈ। ਤੇ ਫਿਰ ਇੱਕ ਹੋਰ ਘਟਨਾ ਵਾਪਰੀ। ਕਰੀਬ ਸਾਲ ਬਾਅਦ ਮੇਰਾ ਦੋਸਤ ਰਿਸ਼ਪਾਲ ਹੱਥ ਵਿੱਚ ਰੁਮਾਲ ਫੜੀ ਮੈਨੂੰ ਪੁੱਛਣ ਲੱਗਾ ਕਿ ਦੱਸ ਭਲਾ ਇਹ ਰੁਮਾਲ ਕਿਸ ਦਾ ਹੈ। ਮੈਂ ਭਲਾ ਕਿਹਦਾ ਨਾਂ ਲੈਂਦਾ। ਫਿਰ ਉਹਨੇ ਆਪ ਹੀ ਦੱਸਿਆ ਕਿ ਇਹ ਰੁਮਾਲ ਉਸੇ ਗੋਰਖਣ ਦਾ ਹੈ ਜਿਸ ਨੂੰ ਮਿਲਣ ਲਈ ਤੂੰ ਮੈਨੂੰ ਨਾਲ ਲੈ ਕੇ ਛਾਉਣੀ ਨੂੰ ਜਾਇਆ ਕਰਦਾ ਸੀ। ਮੈਂ ਝਪਟਾ ਮਾਰ ਕੇ ਰੁਮਾਲ ਫੜ ਲਿਆ। ਅੱਖਾਂ ਅੱਡ ਕੇ ਰੁਮਾਲ ਵੱਲ ਦੇਖਿਆ। 2 ਅੱਖਾਂ ਵਿੱਚੋਂ ਝਾਕ ਰਹੀਆਂ ਸਨ। ਸਿਰਫ 20 ਰੁਪਏ ਵਿੱਚ। ਕਿਆ ਮਜ਼ੇਦਾਰ ਚੀਜ਼ ਹੈ। ਤੂੰ ਤਾਂ ਐਵੇਂ ਹੀ ਪੰਛੀ ਹੱਥੋਂ ਗਵਾਇਆ। ਮੈਂ ਤੇਰਾ ਨਾਂ ਲਿਆ ਤਾਂ ਕਹਿੰਦੀ ਉਸ ਨੂੰ ਨਾ ਦੱਸਣਾ। ਚੱਲ ਤੈਨੂੰ ਮਿਲਾ ਕੇ ਲਿਆਵਾਂ। ਸ਼ੀਤਲਾ ਮੰਦਰ ਦੇ ਹੀ ਆ, ਕਰਾਰਖਾਂ ਮਹੱਲੇ ਵਿੱਚ। ਇੱਕ ਹੋਰ ਗੋਰਖੇ ਨਾਲ ਰਹਿੰਦੀ ਹੈ। ਮੈਂ ਕ੍ਰੋਧ ਨਾਲ ਰਿਸ਼ਪਾਲ ਦੀਆਂ ਅੱਖਾਂ ਵਿੱਚ ਵੇਖਿਆ ਤੇ ਹੌਕਾ ਭਰ ਕੇ ਉੱਥੋਂ ਤੁਰ ਪਿਆ। ਫਿਰ ਜਦੋਂ ਵੀ ਮੈਂ ਰਿਸ਼ਪਾਲ ਵੱਲ ਦੇਖਦਾ ਮੇਰਾ ਪਿੰਡਾ ਤਪਣ ਲੱਗਦਾ। ਮੈਂ ਉਹਦੇ ਸਾਹਮਣੇ ਖਲੋਣ ਤੋਂ ਡਰਦਾ ਤੇ ਖਿਸਕ ਜਾਂਦਾ। ਉਹ ਜਦੋਂ ਵੀ ਮਿਲਦਾ ਗੌਤਮ ਦੀ ਨਵੀਂ ਗੱਲ ਦੱਸਣੀ ਸ਼ੁਰੂ ਕਰ ਦਿੰਦਾ। ਫਿਰ ਇੱਕ ਦਿਨ ਉਹਨੇ ਇੱਕ ਚਿੱਠੀ ਲਿਆ ਕੇ ਮੈਨੂੰ ਦਿੱਤੀ ਜਿਹਦੇ ਵਿੱਚ ਗੌਤਮ ਨੇ ਲਿਖਿਆ ਸੀ, रिश्पाल जी कहते हैं कि आप मुझे मिलना चाहते हैं। मैं हाथ जोड़ती हूँ, आप मेरे को मिलने मत आना। अगर आए तो मैं मर जाऊँगी। मेरे दिल में आपके लिए बहुत इज्जत है। उन्हें 2 लम्मे सफ़ियां उपर अपनी मजबूरी, पिता की मौत, भैन का तशद्दद ते मजबूरन पेशा करन संबंधी कई कुछ लिखदियां मैनू मिलन तो बार बार ना कीती हुई सी। मैं उन्हों मिलन जाण बारे सोचा ही नहीं सी। मैनू रिशपाल उपर हरख आया जिन्हों मैं अंदरे अंदर पी गया। इस तो बाद एक लम्मा समा गुजर गया। पुराने जमाती इंद्रजीत नूं मैं जलंधर दी रेलवे वर्कशाप विच मिलन गया तां ओह मैनू चाह पिआउण लई लाइनां तो पार बशीरपुरे मुहल्ले विच एक दुकान ते लै गया। असीं चाह पी के उठण ही लगे सी कि गौतम मेरे सामने आ खड़ी हुई। वो दुध लैण आई सी। गौतम? मैं हैरान हो गया ते उहदे मुरझाए छांगे हुए शरीर वाल देखण लगा। मैंने शादी करा ली है, मेरा घर है, आओ घर को, ओ कह रही सी। उहदियां अखां विच चमक सी ते चेहरा खिड़ गया सी। मैं ते इंद्रजीत उहदे नाल तुर पए। एक कमरा सी, तस्वीरां नाल भरियां कंधां, थोड़े जहे भांडे, एक मंजी अते एक लोहे की कुर्सी। मैंने घर बसा लिया है, पति कारखाने में काम करता है, आप रुको, खाना खा के जाना। ओ इउं दस रही सी जिवें वो कह रही होवे, हुण मैं सारे भैड़े काम छड्ड दित्ते ने। देख लै, मैं हुण इक्को पति नाल रह रही हाँ। मैं फिर आऊँगा। कहंदियां मैं पोले जहे ਉਹਦੇ ਮੋਢੇ ਤੇ ਹੱਥ ਰੱਖਿਆ। ਉਹਨੇ ਅੱਗੇ ਵੱਧ ਕੇ ਆਪਣਾ ਸਿਰ ਮੇਰੇ ਮੋਢੇ ਨਾਲ ਲਾ ਦਿੱਤਾ, ਜਿਵੇਂ ਉਹ ਮੇਰੀ ਛੋਟੀ ਭੈਣ ਹੋਵੇ, ਜਿਵੇਂ ਚਿਰ ਪਿੱਛੋਂ
ਮੇਰੀ ਧੀ ਮਿਲਣ ਆਈ ਹੋਵੇ। ਇੱਕ ਮਹਿਬੂਬ ਦਾ ਮਿਲਣ, ਇੱਕ ਸਾਂਝ ਦੀਆਂ ਗੰਢਾਂ ਜਿਵੇਂ ਕੱਸ ਕੇ ਪੀੜੀਆਂ ਕਰ ਦਿੱਤੀਆਂ ਹੋਣ। ਫਿਰ ਉਸ ਤੋਂ ਬਾਅਦ ਮੈਂ ਗੌਤਮ ਗੋਰਖਾ ਨੂੰ, ਜਿਹਨੂੰ ਮਿਲਟਰੀ ਅਫਸਰ ਦੀ ਬੀਵੀ ਗੋਰਖੀ ਬੁਲਾਇਆ ਕਰਦੀ ਸੀ, ਸੜਕ ਕੰਢੇ ਸ਼ਾਂਤ ਲਹੂ ਵਿੱਚ ਲੱਥ-ਪੱਥ ਹੋਈ ਪਈ ਨੂੰ ਦੇਖਿਆ ਸੀ। ਉਹਦਾ ਪਤੀ ਇੱਕ ਛੋਟੀ ਜਿਹੀ ਬੱਚੀ ਨੂੰ ਮੋਢੇ ਲਾਈ ਪਿੱਪਲ ਹੇਠਾਂ ਬੈਠਾ ਕਦੇ ਡੌਰ ਭੌਰ ਹੋਇਆ ਦੇਖੀ ਜਾਂਦਾ ਤੇ ਕਦੇ ਸਿਸਕਣ ਲੱਗ ਪੈਂਦਾ। ਮੈਂ ਉਹਦੇ ਕੋਲ ਆ ਖੜਿਆ। ਮੇਰੀ ਉਸ ਨਾਲ ਇੱਕ ਲੰਮੀ ਸਾਂਝ ਸੀ ਜਿਹਦਾ ਉਸ ਨੂੰ ਨਹੀਂ ਸੀ ਪਤਾ। ਮੈਂ ਆਹਿਸਤਾ ਜਿਹੇ ਆਪਣਾ ਹੱਥ ਉਹਦੇ ਮੋਢੇ ਉੱਪਰ ਰੱਖਿਆ ਤੇ ਬੱਚੀ ਦੇ ਸਿਰ 'ਤੇ ਫੇਰਿਆ। ਬੱਚੀ ਸੌਂ ਗਈ ਸੀ, ਆਪਣੀ ਮਾਂ ਦੀ ਮੌਤ ਤੋਂ ਬੇਖਬਰ। ਉਸੇ ਦਿਨ ਮੈਂ ਅੰਮ੍ਰਿਤਾ ਪ੍ਰੀਤਮ ਹੋਰਾਂ ਨੂੰ ਖਤ ਲਿਖ ਕੇ ਸਲਾਹ ਮੰਗੀ ਕਿ ਮੈਂ ਆਪਣਾ ਨਾਂ ਬਦਲ ਕੇ ਪ੍ਰੇਮ ਗੋਰਖੀ ਰੱਖਣਾ ਚਾਹੁੰਦਾ ਹਾਂ। ਗੋਰਖੀ ਬਾਰੇ ਤੁਹਾਡਾ ਕੀ ਵਿਚਾਰ ਹੈ? ਅੰਮ੍ਰਿਤਾ ਹੋਰਾਂ ਲਿਖ ਭੇਜਿਆ ਕਿ ਬਹੁਤ ਸੋਹਣਾ ਨਾਂ ਹੈ, ਐਵੇਂ ਨਿਮਾਣੇ ਬਣ ਕੇ ਵੀ ਕਾਹਦਾ ਜਿਉਣਾ ਹੈ। ਤੇ ਫਿਰ ਗੌਤਮ ਮੇਰੇ ਨਾਲ ਤੁਰਨ ਲੱਗੀ। ਮੈਂ ਤਾਰਿਆਂ ਵੱਲ ਦੇਖਦਾ, ਰੌਸ਼ਨੀ ਦੀਆਂ ਕਿਰਨਾਂ ਵੱਲ, ਹਵਾ ਨਾਲ ਉਹਦੇ ਬੁੱਲਿਆਂ ਵੱਲ ਤੇ ਚਿੱਟੇ ਦੁੱਧ ਚੰਦ ਵੱਲ। ਮੈਨੂੰ ਪਤਾ ਹੈ, ਮੇਰਾ ਵਿਸ਼ਵਾਸ ਹੈ, ਉਹ ਤਾਰਾ ਨਹੀਂ ਬਣੀ, ਉਹ ਚੰਦ ਬਣੀ ਹੋਵੇਗੀ, ਜਿਹਦੀ ਠੰਡੀ ਰੌਸ਼ਨੀ ਮੇਰੇ ਦਿਲ ਦੇ ਵਿਹੜੇ ਵਿੱਚ ਹਮੇਸ਼ਾ ਪਸਰੀ ਰਹਿੰਦੀ ਹੈ। ਦੋਸਤੋ, ਤੁਸੀਂ ਪ੍ਰੇਮ ਗੋਰਖੀ ਜੀ ਨੂੰ ਇੱਕ ਸ਼ਰਧਾਂਜਲੀ ਦੇ ਤੌਰ 'ਤੇ ਉਹਨਾਂ ਦੀ ਸਵੈ ਜੀਵਨੀ ਦੇ ਵਿੱਚੋਂ ਇੱਕ ਅੰਸ਼ ਸੁਣਿਆ। ਤੇ ਹੁਣ ਆਪਣੀ ਖਾਦਮ ਅੰਮ੍ਰਿਤਪਾਲ ਕਲੇਰ ਨੂੰ ਦਿਓ ਇਜਾਜ਼ਤ। ਸਦਾ ਖੁਸ਼ ਰਹੋ।